ਬਿਸਮਿल्लाहिर्रहमानिर्रहीम ਤੇ अस्सलाम वालेकुम। 7 ਜੁਲਾਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 220। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਗਣੀਆਂ ਖਬਰਾਂ ਵਾਲੇ ਪਾਸੇ। ਇਸਲਾਮਾਬਾਦ ਦੇ ਵਿੱਚ ਜਿਹੜੇ ਜ਼ਲਈ ਅਦਾਲਤਾਂ ਦੇ ਵਿੱਚ ਇਹੋ ਜਿਹੇ ਜੱਜ ਸਨ ਜਿਹੜੇ ਝੂਠੇ ਮੁਕੱਦਮਿਆਂ ਦੇ ਵਿੱਚ ਇਮਰਾਨ ਖਾਨ ਨੂੰ ਸਜ਼ਾਵਾਂ ਦਿੰਦੇ ਰਹੇ, ਉਹਨਾਂ ਨੂੰ ਹੁਣ ਉਹਨਾਂ ਦਾ ਅਵਾਰਡ ਦੇਣਾ, ਰਿਵਾਰਡ ਦੇਣ ਦਾ ਫੈਸਲਾ ਕੀਤਾ ਗਿਆ। ਤੁਹਾਨੂੰ ਯਾਦ ਹੋਏਗਾ, ਇੱਦਤ ਨਿਕਾਹ ਦੇ ਝੂਠੇ ਕੇਸ ਹੋਣ ਜਾਂ ਦੂਜੇ ਕੇਸ ਹੋਣ, ਉਹਨਾਂ ਦੇ ਵਿੱਚ ਜਿਸ ਤਰੀਕੇ ਨਾਲ ਜੱਜਾਂ ਨੇ ਅੱਖਾਂ ਮੀਟ ਕੇ ਔਰ ਜ਼ੁਲਮ ਨਾਲ ਕਲਮ ਚਲਾਇਆ, ਜਿਹੜੀ ਸਜ਼ਾ ਨਹੀਂ ਸੀ ਬਣਦੀ ਉਹ ਵੀ ਦੇ ਛੱਡੀ। ਉਹਨਾਂ ਜੱਜਾਂ ਦੇ ਵਿੱਚ ਬੜੇ ਬੜੇ ਨਾਂ ਨੇ, ਜਿਵੇਂ ਯਾਦ ਕਰੋ ਜੱਜ ਸ਼ਾਹਰੁਖ ਅਰਜਮੰਦ, ਇਹ ਸਪੈਸ਼ਲ ਜੱਜ ਸੈਂਟਰਲ ਇਸਲਾਮਾਬਾਦ ਸਨ ਔਰ ਇਹਨਾਂ ਨੇ ਵੀ ਇਮਰਾਨ ਖਾਨ ਨੂੰ ਸਜ਼ਾਵਾਂ ਦਿੱਤੀਆਂ। ਇਹਨਾਂ ਨੂੰ ਹੁਣ ਹਾਈ ਕੋਰਟ ਦਾ ਜੱਜ ਬਣਾਉਣ ਦਾ ਫੈਸਲਾ ਕੀਤਾ ਗਿਆ। ਇਹਨਾਂ ਦੇ ਨਾਲ ਜੱਜ ਨਾਸਿਰ ਜਾਵੇਦ ਰਾਣਾ, ਇਹਨਾਂ ਨੇ ਵੀ ਇਮਰਾਨ ਖਾਨ ਨੂੰ ਸਜ਼ਾਵਾਂ ਦਿੱਤੀਆਂ। ਇਹਨਾਂ ਨੂੰ ਵੀ ਹੁਣ ਹਾਈ ਕੋਰਟ ਦਾ ਜੱਜ ਬਣਾਉਣ ਦਾ ਫੈਸਲਾ ਕੀਤਾ ਹੈ। ਜੱਜ ਨਾਸਿਰ ਜਾਵੇਦ ਰਾਣਾ ਨੇ 190 ਮਿਲੀਅਨ ਪਾਉਂਡ ਕੇਸ ਦੇ ਫੈਸਲੇ ਦੇ ਵਿੱਚ ਇਮਰਾਨ ਖਾਨ ਔਰ ਬੁਸ਼ਰਾ ਬੀਬੀ ਨੂੰ ਸਜ਼ਾਵਾਂ ਦਿੱਤੀਆਂ ਤੇ 20 ਦਸੰਬਰ 2025 ਨੂੰ ਤੋਸ਼ਾਖਾਨਾ 2 ਕੇਸ ਦੇ ਵਿੱਚ ਜੱਜ ਸ਼ਾਹਰੁਖ ਅਰਜਮੰਦ ਨੇ ਵੀ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ ਸਜ਼ਾਵਾਂ ਦਿੱਤੀਆਂ। ਚੌਧਰੀ ਨਿਜ਼ਾਮਦੀਨ ਦਾ ਇਹ ਤਰੀਕਾ ਹੈ, ਪਹਿਲਾਂ ਉਹ ਲੋਕਾਂ ਨੂੰ ਵਰਤਦੇ ਨੇ, ਜੇ ਵਰਤ ਲੈਂਦੇ ਨੇ ਜਿਸ ਵੇਲੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਵਾਰਡ ਕਰਦੇ ਨੇ ਤਾਂ ਕਿ ਆਉਣ ਵਾਲੇ ਜਿਹੜੇ ਨੇ, ਜਿਹੜਿਆਂ ਨੂੰ ਹੋਰਾਂ ਨੂੰ ਹੱਥ ਪਾਉਣ, ਉਹਨਾਂ ਨੂੰ ਇਹ ਪਤਾ ਹੋਵੇ ਕਿ ਅਸੀਂ ਅਗਰ ਚੌਧਰੀ ਨਿਜ਼ਾਮਦੀਨ ਦੀਆਂ ਗੱਲਾਂ ਪੂਰੀਆਂ ਕਰਾਂਗੇ ਤੇ ਸਾਨੂੰ ਰਿਵਾਰਡ ਲੱਭੇਗਾ, ਹੱਡੀ ਸਾਨੂੰ ਲੱਭੇਗੀ, ਸਾਡੇ ਹਿੱਸੇ ਦੀ ਹੱਡੀ ਲੱਭੇਗੀ। ਇਸ ਲਈ ਕਰ ਲਓ, ਜੋ ਕੀਤਾ ਜਾਂਦਾ ਹੈ ਕਰ ਲਓ, ਜੋ ਲੁੱਟਿਆ ਜਾਂਦਾ ਹੈ ਲੁੱਟ ਲਓ। ਤੇ ਇਹ ਜਨਾਬ ਹੁਣ ਨਵੀਂ ਲੂਟ ਸੇਲ ਉੱਥੇ ਲਾਈਏ। ਦੂਜੇ ਪਾਸੇ ਇਮਾਨ ਹਾਜ਼ਰ ਮਜ਼ਾਰੀ ਤੇ ਉਹਨਾਂ ਦੇ ਸ਼ੌਹਰ ਹਾਦੀ ਅਲੀ ਚੱਠਾ, ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਟਵੀਟ ਕਰਨ ਦੀ ਪਾਦਾਸ਼ ਦੇ ਵਿੱਚ 17 ਵਰ੍ਹੇ ਦੀ ਸਜ਼ਾ ਦੇ ਕੇ ਤੇ ਜੇਲੇ ਪਾਇਆ ਹੈ। ਉਹਨਾਂ ਨੂੰ ਛੱਡ ਨਹੀਂ ਰਹੇ। ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਪਿਛਲੇ ਦਿਨਾਂ ਦੇ ਵਿੱਚ ਮਈ ਦੀ 12 ਤਾਰੀਖ ਨੂੰ ਇਹ ਫੈਸਲਾ ਕੀਤਾ ਕਿ ਜਿਹੜੀ ਇਸਲਾਮਾਬਾਦ ਦੀ ਹਾਈ ਕੋਰਟ ਹੈ ਉਹ 2 ਹਫ਼ਤੇ ਦੇ ਵਿੱਚ ਉਹਨਾਂ ਦੀ ਜਿਹੜੀਆਂ ਅਪੀਲਾਂ ਨੇ ਉਹਦੇ ਤੇ ਫੈਸਲਾ ਕਰਕੇ ਇਸ ਕੇਸ ਨੂੰ ਕੰਪਲੀਟ ਕਰੇ। ਹੁਣ ਵੇਖ ਲਓ ਵੀ 12 ਮਈ ਨੂੰ ਜਦੋਂ ਇਹ ਫੈਸਲਾ ਹੋਇਆ ਤੇ 2 ਹਫ਼ਤੇ ਕਿਦੋਂ ਹੋ ਜਾਣੇ ਸਨ। ਚਲੋ ਮਈ ਦੇ ਅਖੀਰ ਤੱਕ ਕਹਿ ਲਓ, 2.5 ਹਫ਼ਤੇ ਕਹਿ ਲਓ। ਮਈ ਵੀ ਗੁਜ਼ਰ ਗਿਆ ਸਾਰਾ, ਜੂਨ ਵੀ ਗੁਜ਼ਰ ਗਿਆ ਸਾਰਾ, ਤੇ ਹੁਣ ਜੁਲਾਈ ਆ ਗਿਆ। ਸੁਪਰੀਮ ਕੋਰਟ ਦੇ ਉਸ ਹੁਕਮ ਦੇ ਉੱਤੇ ਹਾਈ ਕੋਰਟ ਨੇ ਕੋਈ ਅਮਲ ਨਹੀਂ ਕੀਤਾ, ਰੱਦੀ ਦੀ ਟੋਕਰੀ ਚੁੱਕ ਕੇ ਉਹਨੂੰ ਸੁੱਟ ਦਿੱਤਾ। ਫੈਮਿਲੀ ਦੁਬਾਰਾ ਸੁਪਰੀਮ ਕੋਰਟ ਗਈ। ਸੁਪਰੀਮ ਕੋਰਟ ਨੇ ਜਦੋਂ ਵੇਖਿਆ ਵੀ ਸਾਡੇ ਫੈਸਲੇ ਦੇ ਉੱਤੇ ਕੁਝ ਨਹੀਂ ਕੀਤਾ, ਉਹਨਾਂ ਬਜਾਏ ਉਸ 'ਤੇ ਕੋਈ ਐਕਸ਼ਨ ਲੈਣ ਦੀ, ਉਹਨਾਂ ਅੱਗੋਂ ਹੁਣ 21 ਤਾਰੀਖ ਦੀ ਤਾਰੀਖ ਪਾਤੀ ਹੈ ਜੁਲਾਈ ਦੀ। ਮਤਲਬ ਉਹਨਾਂ ਨੂੰ ਵੀ ਕੋਈ ਕਾਹਲੀ ਨਹੀਂ, ਉਹਨਾਂ ਨੇ 3 ਹਫ਼ਤੇ ਦੀ ਹੋਰ ਡੇਟ ਪਾ ਦਿੱਤੀ ਹੈ, 2 ਹਫ਼ਤੇ ਦੀ ਅੱਗੇ, ਕਿ ਕੇਸ ਨੂੰ ਬਾਅਦ 'ਚ ਸੁਣਾਂਗੇ। ਦੂਜੇ ਪਾਸੇ ਐਹਸਨ ਇਕਬਾਲ ਅਮਰੀਕਾ ਜਾ ਕੇ ਓਵਰਸੀਜ਼ ਪਾਕਿਸਤਾਨੀਆਂ ਨੂੰ ਆਂਦੇ ਨੇ ਵੀ ਜਦੋਂ ਤੁਸੀਂ ਬਾਹਰ ਗੱਲਬਾਤ ਕਰਦੇ ਹੋ ਨਾ ਮੁਲਕ ਤੋਂ ਨਿਕਲ ਕੇ, ਤੇ ਇਹ ਮੁਲਕ ਦੀ ਬੁਰਾਈ ਹੁੰਦੀ, ਗੰਦੇ ਕੱਪੜੇ ਬਾਹਰ ਧੋਂਦੇ ਹੋ, ਘਰ ਦੀ ਗੱਲ ਘਰ 'ਚ ਹੀ ਰਹਿਣ ਦਿਓ, ਮੁੱਠ ਰੱਖੋ, ਜਿਹਨੂੰ ਪੰਜਾਬੀ ਚਾਹੁੰਦੇ ਨੇ ਮੁੱਠ ਰੱਖੋ। ਉਹ ਆਂਦੇ ਨੇ ਮੁੱਠ ਰੱਖੋ, ਅਸੀਂ ਜਿੰਨਾ ਮਰਜ਼ੀ ਜ਼ੁਲਮ ਕਰੀਏ ਤੁਹਾਨੂੰ ਦੇੜ ਕੇ ਰੱਖ ਦਈਏ, ਤੁਹਾਡੀਆਂ ਮਾਵਾਂ ਭੈਣਾਂ ਦੇ ਗਿਰਬਾਨਾਂ 'ਚ ਹੱਥ ਪਾਈਏ, ਤੁਹਾਨੂੰ ਕੁੱਟੀਏ, ਮਾਰੀਏ, ਨੰਗਾ ਕਰੀਏ, ਓਵਰਸੀਜ਼ ਪਾਕਿਸਤਾਨੀਆਂ ਨੂੰ ਧਮਕੀਆਂ ਦਈਏ, ਜਾਇਦਾਦਾਂ 'ਤੇ ਕਬਜ਼ੇ ਕਰੀਏ, ਸ਼ਨਾਖਤੀ ਕਾਰਡ ਪਾਸਪੋਰਟ ਬਲਾਕ ਕਰੀਏ, ਜਾਇਦਾਦਾਂ ਵੇਚ ਦਈਏ, ਜੋ ਮਰਜ਼ੀ ਕਰ ਦਈਏ, ਤੁਸੀਂ ਬਾਹਰ ਆਵਾਜ਼ ਨਾ ਚੁੱਕੋ। ਕਮਾਲ ਨਹੀਂ ਕਰ ਦਿੱਤਾ ਵੈਸੇ। ਅੱਛਾ ਜੀ, ਅੱਗੇ ਚੱਲਦੇ। ਹੁਣ ਇਮਾਨ ਮਜ਼ਾਰੀ ਦੇ ਬਾਰੇ ਜੋ ਕੁਝ ਕਰ ਰਹੇ ਨੇ, ਇਹ ਬਾਹਰ ਦੱਸੇ ਇਮਾਨ ਮਜ਼ਾਰੀ ਹੈ ਨਾ, ਜੋ ਡਾਕਟਰ ਮਾਰੰਗ ਬਲੋਚ ਦੇ ਨਾਲ ਕਰ ਰਹੇ ਨੇ ਦੱਸੇ ਜਾਂ ਨਾ, ਜੋ ਡਾਕਟਰ ਯਾਸਮੀਨ ਰਾਸ਼ਿਦ ਦੇ ਨਾਲ ਕਰ ਰਹੇ ਨੇ ਉਹ ਬਾਹਰ ਦੱਸੀਏ ਜਾਂ ਨਾ, ਜੋ ਬੁਸ਼ਰਾ ਬੀਬੀ ਨਾਲ ਕਰ ਰਹੇ ਨੇ ਉਹ ਬਾਹਰ ਦੱਸੀਏ ਜਾਂ ਨਾ, ਜੋ ਇਮਰਾਨ ਖਾਨ ਦੀ ਬਿਨਾਈ ਦੇ ਨਾਲ ਕਰ ਰਹੇ ਨੇ ਉਹ ਬਾਹਰ ਦੱਸੀਏ ਜਾਂ ਨਾ। ਆਪ ਤੇ ਬੜਾ ਚਾਂਚਾਂ ਕਰਦੇ ਹੋ ਕਿ ਇੰਡੀਆ ਨੇ ਮਕਬੂਜ਼ਾ ਕਸ਼ਮੀਰ 'ਚ ਇਹ ਕੀਤਾ ਤੇ ਉਹ ਕੀਤਾ, ਉਦੋਂ ਤੇ ਤੁਹਾਨੂੰ ਹੋਸ਼ ਨਹੀਂ ਆਉਂਦੀ ਵੀ ਉਹਨਾਂ ਦੇ ਵੀ ਘਰ ਦਾ ਮਸਲਾ ਹੈ। ਫਿਰ ਇਸ ਹਿਸਾਬ ਨਾਲ ਤੇ ਚਲੋ ਮਕਬੂਜ਼ਾ ਕਸ਼ਮੀਰ ਦਾ ਤੇ ਰੌਲਾ ਇਹ ਨਾ ਵੀ ਉਹਨਾਂ ਕਬਜ਼ਾ ਕੀਤਾ ਉਸ ਥਾਂ ਤੇ, ਅਸੀਂ ਮੰਨਦੇ ਨਹੀਂ। ਜੋ ਇੰਡੀਆ ਉਧਰ ਕਰਦਾ ਆਪਣੇ ਪਾਸੇ, ਉਹਦੇ ਤੇ ਕੀ ਕਰਦੇ ਹੋ? ਉਹਦੇ ਤੇ ਵੀ ਬੋਲਦੇ ਜੇ, ਉੱਥੇ ਵੀ ਕਹਿੰਦੇ ਜੇ ਫਲਾਨਾ ਜ਼ੁਲਮ ਹੋਇਆ ਉਹਦੇ ਖਿਲਾਫ ਜਿਹੜੇ ਰਾਈਟਸ ਨੇ ਉਹਨਾਂ ਨੂੰ ਸਰਦਾਰਾਂ ਦੇ ਜਿਹੜੇ ਮਾਮਲਾਤ ਸਨ ਉਹਦੇ ਤੇ ਵੀ ਅਸੀਂ ਕਿਹਾ ਵੀ ਉਹਨਾਂ ਦੇ ਰਾਈਟਸ ਨੇ ਪੰਜਾਬੀਆਂ ਦੇ। ਅੱਛਾ ਜੀ, ਅੱਗੇ ਚੱਲਦੇ। ਇਹ ਇੱਕ ਰੌਲਾ ਬਣ ਗਿਆ। ਰੌਲਾ ਇਹ ਬਣ ਗਿਆ ਹੈ ਕਿ ਮਰੀਮ ਨਵਾਜ਼ ਸਾਹਿਬਾ ਦੀ ਇੱਕ ਤਸਵੀਰ ਹੈ ਔਰ ਨਾਲ ਉਹਨਾਂ ਦੇ ਰਾਏ ਸਫਦਰ ਸਾਈ ਸਾਹਿਬ ਨੇ ਆਪਣੀ ਤਸਵੀਰ ਲਾਈ। ਲੋਕਾਂ ਦੋਵਾਂ ਦਾ ਮੂੰਹ ਕਾਲਾ ਕਰ ਚੜਿਆ ਸਹੀ ਸੁੱਟ ਕੇ। ਹੁਣ ਉਹਦੇ ਤੇ ਮਲਕ ਮੁਹੰਮਦ ਜ਼ੁਲਫਕਾਰ, ਸਦਰ ਮੁਸਲਿਮ ਲੀਗ ਨੂਨ, ਉਹਨਾਂ ਨੇ ਇੱਕ ਵੌਇਸ ਨੋਟ ਜਿਹੜਾ ਉਹ ਜਾਰੀ ਕੀਤਾ। ਉਹਨਾਂ ਕਿਹਾ ਵੀ ਇਹ PP 77 ਦਾ ਜਿਹੜਾ ਬੋਰਡ ਹੈ ਨਾ, ਜਿੱਥੇ ਮਰੀਮ ਨਵਾਜ਼ ਤੇ ਸਫਦਰ ਸਾਈ ਸਾਹਿਬ ਦਾ ਮੂੰਹ ਕਾਲਾ ਕਰ ਚੜਿਆ, ਇਹਨੂੰ ਜਾਂ ਤਾਂ ਕੋਈ ਬੋਰਡ ਨੂੰ ਪਾੜ ਦਿੰਦਾ ਹੈ, ਫਾੜ ਜ਼ਰਾ ਉਰਦੂ ਦਾ ਲਫ਼ਜ਼ ਹੁੰਦਾ ਹੈ, ਪਾੜ ਦਿੰਦਾ ਹੈ,
ਜਾਂ ਤਾਂ ਬੋਰਡ ਨੂੰ ਕੋਈ ਪਾੜ ਦਿੰਦਾ ਹੈ ਜੀ, ਜਾਂ ਮੂੰਹ ਤੇ ਸਿਆਹੀ ਛੁੱਟ ਜਾਂਦਾ ਹੈ। ਉਹਨਾਂ ਕਿਹਾ ਵੀ ਕਿਸੇ ਨੂੰ ਮਸਲਾ ਕੀ ਹੈ, ਸਾਹਮਣੇ ਆਵੇ ਜਿਹਨੂੰ ਮਸਲਾ ਹੈ, ਅਸੀਂ ਉਹਨੂੰ ਲੱਭ ਰਹੇ ਹਾਂ। ਜਿੱਦਣ ਉਹ ਬੰਦਾ ਲੱਭ ਗਿਆ ਤੇ ਬੋਰਡ ਦੇ ਅੱਗੇ ਖੜਾ ਕਰਕੇ ਉਹਦਾ ਵੀ ਮੂੰਹ ਅਸੀਂ ਕਾਲਾ ਕਰ ਦੇਣਾ। ਮਰੀਮ ਨਵਾਜ਼ ਸਾਹਿਬਾ ਦੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਕੰਮ ਨੇ ਉਹਨਾਂ ਦੇ ਅਸੀਂ ਬੋਰਡ ਲਾਉਣੇ ਨੇ, ਤੇ ਜਿੰਨੇ ਸਾਨੂੰ ਸਾਡਾ ਮੂੰਹ ਕਾਲਾ ਕੀਤਾ ਅਸੀਂ ਉਹਦਾ ਮੂੰਹ ਕਾਲਾ ਕਰ ਦੇਣਾ। ਕੰਮ ਠੀਕ ਹੈ ਤੁਹਾਡਾ, ਜਿਹੜੀ ਆਵਾਮ ਤੁਹਾਡੇ ਖਿਲਾਫ ਆਵਾਜ਼ ਚੁੱਕੇ ਨਾ ਉਹਦਾ ਮੂੰਹ ਕਾਲਾ ਕਰ ਦਿਓ, ਇਹ ਗੱਲ ਠੀਕ ਹੈ। ਇਹ ਹੀ ਤੁਹਾਡੀ ਅਕਲ ਹੈ। ਕਿਉਂ ਗੁੰਡੇ ਜੁਝੇ ਜਿਹੜੀ ਸਿਆਸੀ ਜਮਾਤ ਹੁੰਦੀ ਨਾ, ਉਹ ਇਹੋ ਜਿਹੀਆਂ ਧਮਕੀਆਂ ਆਵਾਮ ਨੂੰ ਨਹੀਂ ਦਿੰਦੀ। ਉਹ ਆਂਦੀ ਹੈ ਵੀ ਯਾਰ ਜਿਹਨੂੰ ਕੋਈ ਮਸਲਾ ਹੈ ਨਾ ਸਾਡੇ ਕੋਲ ਆਵੇ, ਸਾਨੂੰ ਦੱਸੇ ਅਸੀਂ ਕੀ ਗਲਤ ਕੀਤਾ, ਅਸੀਂ ਉਹਦੀਆਂ ਗੱਲਾਂ ਦਾ ਜਵਾਬ ਦੇਵਾਂਗੇ, ਉਹਨਾਂ ਇੰਗੇਜ ਕਰਾਂਗੇ, ਉਹਦੇ ਮਸਲੇ ਹੱਲ ਕਰਾਂਗੇ। ਇਹੋ ਜਿਹੀ ਗੱਲ ਕਰਦੇ ਨੇ ਇਹ। ਵੇਖੋ ਗੁੰਡੇ ਨੇ ਨਾ, ਇਹ ਆਂਦੇ ਨੇ ਵੀ ਅਸੀਂ ਉਹਦਾ ਮੂੰਹ ਕਾਲਾ ਕਰ ਛੱਡਾਂਗੇ। ਅੱਗੇ ਚੱਲਦੇ ਹਾਂ ਜੀ। ਮਾਰੂਫ ਕਾਮੇਡੀਅਨ ਅੱਲਾ ਰੱਖਾ ਪੈਪਸੀ ਹਾਰਟ ਅਟੈਕ ਹੋਇਆ ਤੇ ਇੰਤਕਾਲ ਕਰ ਗਏ। ਮਾਰੂਫ ਨੂੰ ਜਿਹੜੇ ਬਹੁਤ ਹੀ ਜ਼ਿਆਦਾ ਇਹ ਮਸ਼ਹੂਰ ਹੋਏ ਸਨ, ਉਹ ਹੋਏ ਸਨ ਮਾਰੂਫ ਕਾਮੇਡੀਅਨ ਸਨ। ਇਹ ਮਸ਼ਹੂਰ ਹੋਏ ਸਨ ਜਦੋਂ ਇਹਨਾਂ ਨੇ ਲਿਬਰਟੀ ਮਾਰਕੀਟ ਦੇ ਸਾਹਮਣੇ ਨੂਨ ਲੀਗ ਲਈ ਇੱਕ ਐਂਟਰਟੇਨਮੈਂਟ ਦਾ ਕੋਈ ਮਾਮਲਾ ਕੀਤਾ ਸੀ। ਉੱਥੇ ਬੰਦੇ ਤਾਂ ਕੋਈ ਨਹੀਂ ਸੀ ਬਹੁਤੇ ਆਏ, ਲੇਕਿਨ ਇਹਨਾਂ ਨੇ ਉੱਥੇ ਬੜੀ ਜਾਂਫਸ਼ਾਨੀ ਦੇ ਨਾਲ ਬੜਾ ਜ਼ੋਰ ਲਾ ਕੇ ਇਹਨਾਂ ਨੇ ਆਪਣੀ ਪਰਫਾਰਮੈਂਸ ਦਿੱਤੀ ਸੀ। ਉੱਥੋਂ ਫਿਰ ਇਹ ਮਸ਼ਹੂਰ ਹੋਏ ਅੱਲਾ ਰੱਖਾ ਪੈਪਸੀ ਸਾਹਿਬ। ਤੇ ਬਹਰਲ ਹੁਣ ਉਹ ਵਫਾਤ ਪਾ ਗਏ ਨੇ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਸਾਡੀਆਂ ਉਹਨਾਂ ਲਈ ਦੁਆਵਾਂ ਨੇ। ਮਸਜਿਦ ਨਬਵੀ ਦੇ ਵਿੱਚ ਉਮਰੇ ਤੇ ਮੌਜੂਦ ਕੁਝ ਲੋਕਾਂ ਨੇ ਮਰੀਮ ਔਰੰਗਜ਼ੇਬ ਨੂੰ ਵੇਖ ਕੇ ਨਾਰੇ ਲਾਏ ਤੇ ਪਰਚਾ ਇਹਨਾਂ ਦਰਜ ਕਰਵਾ ਦਿੱਤਾ ਇਮਰਾਨ ਖਾਨ ਤੇ ਸ਼ਹਿਬਾਜ਼ ਗਿੱਲ ਤੇ ਦੂਜੇ ਲੀਡਰਾਂ ਦੇ ਉੱਤੇ। ਹਾਲਾਂਕਿ ਨਾ ਅਸੀਂ ਉੱਥੇ ਸੀ ਮੌਜੂਦ ਮਦੀਨੇ 'ਚ, ਨਾ ਸਾਡਾ ਕੋਈ ਰਿਸ਼ਤੇਦਾਰੀ ਸੀ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਨੇ ਇਹ ਕੰਮ ਕੀਤਾ, ਲੇਕਿਨ ਇਹਨਾਂ ਆਖਿਆ ਵੀ ਨਹੀਂ ਕਸੂਰ ਤੁਹਾਡਾ ਹੈ, ਇਮਰਾਨ ਖਾਨ ਜਵਾਬ ਦੇਗਾ। 295C ਦੇ ਮੁਕੱਦਮੇ ਸਾਡੇ ਤੇ ਕਰ ਦਿੱਤੇ। ਹੁਣ ਇਸਾਕ ਡਾਰ ਸਾਹਿਬ ਦੇ ਜਿਹੜੇ ਪੋਤਰੇ ਆਪਣਾ ਦੋਤਰੇ ਨੇ, ਉਹਨਾਂ ਨੇ ਇੱਕ ਕੁੜੀ ਚੁੱਕ ਲਈ ਹੈ ਵੈਨੇਜ਼ੁਏਲਾ ਵਾਲਿਆਂ ਦੀ ਤੇ ਇੱਕ ਚੁੱਕ ਲਈ ਹੈ ਨੀਦਰਲੈਂਡ ਵਾਲਿਆਂ ਦੀ, ਤੇ ਉਹਨਾਂ ਕੋਲੋਂ ਪੈਸੇ ਵੀ ਮੰਗੇ ਨੇ ਤੇ ਨਾਲ ਉਹਨਾਂ ਨਾਲ ਗੈਂਗ ਰੇਪ ਕੀਤਾ ਤੇ ਉਹਨਾਂ ਦੀ ਹੁਣ ਮੈਡੀਕਲ ਰਿਪੋਰਟ ਵੀ ਆ ਗਈ ਹੈ, DNA ਰਿਪੋਰਟ ਵੀ ਆ ਗਈ ਹੈ, ਉਹਦੇ 'ਚ ਸਾਰਾ ਕੁਝ ਸਾਬਤ ਵੀ ਹੋ ਗਿਆ। ਤੇ ਹੁਣ ਪਤਾ ਕੀ ਆਂਦੇ ਨੇ, ਇਸਾਕ ਡਾਰ ਸਾਹਿਬ ਫਰਿਸ਼ਤੇ ਨੇ, ਉਹਨਾਂ ਦਾ ਇਸ ਕੰਮ ਨਾਲ ਕੋਈ ਲੈਣ ਦੇਣ ਨਹੀਂ ਹੈ, ਉਹਨਾਂ ਨੂੰ ਜਾਣ ਦਿਓ। ਸਵਾਲ ਪੁੱਛਿਆ ਗਿਆ ਰਾਣਾ ਸਨਾਉल्ला ਸਾਹਿਬ ਕੋਲੋਂ ਵੀ ਇਹ ਫੈਸਲ ਬੋਡਾ ਕਹਿੰਦਾ ਹੈ ਕਿ ਅਸਤੀਫਾ ਦੇਣ ਇਸਾਕ ਡਾਰ ਸਾਹਿਬ ਇਸ ਗੈਂਗ ਰੇਪ ਔਰ ਦੂਸਰੇ ਮਾਮਲੇ ਤੇ ਇਹ ਜਾਇਜ਼ ਹੈ? ਉਹਨਾਂ ਕਿਹਾ ਨਹੀਂ ਬਿਲਕੁਲ ਨਾਜਾਇਜ਼ ਹੈ। ਇਸਾਕ ਡਾਰ ਸਾਹਿਬ ਦਾ ਇਹਦੇ 'ਚ ਕੋਈ ਕਸੂਰ ਨਹੀਂ, ਉਹਨਾਂ ਕੋਲੋਂ ਅਸਤੀਫਾ ਮੰਗਣਾ ਬੜਾ ਵੱਡਾ ਜ਼ੁਲਮ ਤੇ ਨਾਜਾਇਜ਼ ਗੱਲ ਹੈ। ਗੈਰ ਮੁਲਕੀਆਂ ਨੂੰ ਅੱਗੋਂ ਇਸਾਕ ਡਾਰ ਸਾਹਿਬ ਦੀ ਸੁਣ ਲਓ, ਉਹ ਬੜੀ ਜ਼ਬਰਦਸਤ ਖਬਰ ਹੈ ਅਗਲੀ, ਤੁਹਾਨੂੰ ਮੈਂ ਕਿਹਾ ਸਵਾਦ ਆ ਜਾਏਗਾ। ਇਸਾਕ ਡਾਰ ਸਾਹਿਬ ਨੇ ਫਰਮਾਇਆ ਹੈ ਕਿ ਗੈਰ ਮੁਲਕੀਆਂ ਨੂੰ ਪਾਕਿਸਤਾਨ 'ਚ ਸਰਮਾਇਆਕਾਰੀ ਕਰਨ ਵਾਸਤੇ ਬਿਹਤਰੀਨ ਔਰ ਅੱਛਾ ਮਾਹੌਲ ਦਿੱਤਾ ਜਾਏਗਾ। ਕੀ ਕੀਤਾ ਜਾਏਗਾ? ਬਿਹਤਰੀਨ ਔਰ ਅੱਛਾ ਮਾਹੌਲ ਦਿੱਤਾ ਜਾਏਗਾ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਯਾਰ ਅਸੀਂ ਵੀ ਸਰਮਾਇਆਕਾਰੀ ਕਰੀਏ, ਕਿਹੋ ਜਿਹਾ ਅੱਛਾ ਮਾਹੌਲ? ਦੱਸ ਦਿੰਦੇ ਜਨਾਬ ਤੁਹਾਨੂੰ। ਕੋਈ ਇੱਕ ਦੋ ਕੁੜੀਆਂ ਛੁੜੀਆਂ ਚੁੱਕ ਲੈਣਗੇ ਜਿਹੜਾ ਬੰਦਾ ਆਏਗਾ ਗੈਰ ਸਰਮਾਇਆਕਾਰੀ ਕਰਨ। ਜ਼ਿਆਦਾ ਆਇਆ, ਅਸੀਂ ਬੁਰਾ ਕੰਮ ਜ਼ਿਆਦਾ ਨਹੀਂ ਕਰਦੇ, ਅਸੀਂ ਜ਼ਿਆਦਾ ਬੁਰਾ ਕੰਮ ਨਹੀਂ ਕਰਦੇ। ਕੁੜੀ ਛੁੜੀ ਚੁੱਕ ਲਾਂਗੇ, ਥੋੜਾ ਤਵਾਨ ਸ਼ਵਾਨ ਮੰਗ ਲਾਂਗੇ, ਫਿਰ ਵੀ ਮਾਮਲਾ ਹੱਲ ਨਾ ਹੋਇਆ ਤਾਂ ਗੈਂਗ ਰੇਪ ਕਰ ਲਾਂਗੇ। ਜ਼ਿਆਦਾ ਨਹੀਂ ਅਸੀਂ ਗਲਤ ਕੰਮ ਕਰਦੇ। ਇਸਾਕ ਡਾਰ ਸਾਹਿਬ ਨੇ ਕਿਹਾ ਵੀ ਇਨਵਾਇਰਨਮੈਂਟ ਕੰਡਿਊਸਿਵ ਹੁੰਦਾ ਹੈ। ਉਹਨਾਂ ਕੋਲ ਪੁੱਛਿਆ ਜੀ ਕਰਨ ਕਹਿਣ ਵੀ ਰੇਪ ਕਰਦੇ ਹਾਂ, AC ਲਾਇਆ ਅਸੀਂ ਮਾਹੌਲ ਬਹੁਤ ਅੱਛਾ ਦਿੰਦੇ ਹਾਂ। ਕੀਤਾ ਵੀ ਅਸੀਂ ਡਿਫੈਂਸ ਦੇ ਵਿੱਚ ਖੜ ਕੇ ਕਿਸੇ ਮਾੜੇ ਟਾਊਨ ਦੇ ਵਿੱਚ ਨਹੀਂ ਕੀਤਾ ਕਿ ਗਰੀਬਾਂ ਵਾਲੀ ਬਸਤੀ ਜਾ ਕੇ ਕੀਤਾ, ਅਸੀਂ ਡਿਫੈਂਸ ਦੇ ਵਿੱਚ ਕੀਤਾ। ਇਹ ਕਹਿ ਸਕਦੇ ਨੇ। ਫਿਰ ਕਹਿਣਗੇ ਅਸੀਂ ਹੋਰ ਕੁਝ ਨਹੀਂ, ਅਰਸ਼ਦ ਸ਼ਰੀਫ ਤਰ੍ਹਾਂ ਬੰਦਾ ਮਾਰ ਮੂਰ ਦਿੰਦੇ ਹਾਂ, ਹੋਰ ਕੁਛ ਨਹੀਂ। ਤੇ ਜੇ ਉਹ ਮਲਕ ਰਿਆਜ਼ ਨਾਲ ਅਸੀਂ ਕਰ ਰਹੇ ਹਾਂ ਉਹ ਕਰ ਦਿੰਦੇ ਹਾਂ ਕਿ ਜੇ ਕੋਈ ਕਾਰੋਬਾਰੀ ਉੱਤੇ ਨਿਕਲ ਜਾਏ ਔਰ ਸਾਡੀ ਮਰਜ਼ੀ ਦਾ ਬਿਆਨ ਨਾ ਦੇਵੇ ਤੇ ਫਿਰ ਅਸੀਂ ਉਹਦੀ ਪ੍ਰਾਪਰਟੀ ਖੋਹ ਲੈਂਦੇ, ਫਿਰ ਅਸੀਂ ਉਹਦੀਆਂ ਜ਼ਮੀਨਾਂ ਨਿਲਾਮ ਕਰਦੇ ਹਾਂ, ਫਿਰ ਅਸੀਂ ਉਹਦੇ ਪਲਾਜ਼ੇ ਨਿਲਾਮ ਕਰਦੇ ਹਾਂ, ਫਿਰ ਅਸੀਂ ਉਹਦੀ ਹਰ ਸ਼ੈ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨੇ ਹਾਂ। ਤੇ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਇਹ ਜਿਹੜੇ ਲੋਕ ਨੇ ਸਾਰੇ ਦੇ ਸਾਰੇ, ਇਹ ਪਤਾ ਨਹੀਂ ਲੋਕਾਂ ਨੂੰ ਬੇਵਕੂਫ ਸਮਝਦੇ ਨੇ ਜਾਂ ਇਹਨਾਂ ਨੂੰ ਲੱਗਦਾ ਹੈ ਵੀ ਲੋਕਾਂ ਨੇ ਕੋਈ ਭੰਗ ਪੀਤੀ ਹੈ, ਲੋਕਾਂ ਨੂੰ ਸਮਝ ਹੀ ਕੋਈ ਨਹੀਂ ਹੈ ਵੀ ਇਹ ਕਰਨ ਕੀ ਰਹੇ ਨੇ। ਆਂਦੇ ਨੇ ਕੰਡੂਸਿਵ ਇਨਵਾਇਰਨਮੈਂਟ ਦੇਵਾਂਗੇ, ਅੱਲਾ ਹੀ ਖੈਰ ਕਰੇ ਕਿਹੋ ਜਿਹਾ। ਅੱਛਾ ਇਹ ਤਸਵੀਰ ਵੇਖੋ ਜ਼ਰਾ, ਇਹਨਾਂ ਜਿਹੜੀਆਂ ਟੋਪੀਆਂ ਪਾਈਆਂ ਨੇ ਨਾ, ਇਹ ਇੱਕ ਤੇ ਹਜ਼ਰਤ ਦਾਤਾ ਗੰਜ ਬਖਸ਼ ਅਲੀ ਹਜਵੇਰੀ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਬੜੇ ਵੱਡੇ ਬਜ਼ੁਰਗ ਨੇ, ਤੁਹਾਨੂੰ ਪਤਾ ਸੀ, ਤੇ ਉਹਨਾਂ ਦਾ ਬੜਾ ਹੀ ਇਹਤਰਾਮ ਕਰ ਰਹੇ ਹਾਂ। ਉਹਨਾਂ ਦੇ ਦਰਬਾਰ ਤੇ ਗੁਸਲ ਵੀ ਦਿੰਦੇ ਨੇ ਤੇ ਉਹਨਾਂ ਦਾ ਨਾਮ ਹੀ ਇਸਤੇਮਾਲ ਕਰਦੇ ਨੇ ਆਪਣੀ ਹਰ ਕੰਪਨੀ ਦੇ ਵਿੱਚ। ਲੇਕਿਨ ਉਸ ਤੋਂ ਬਾਅਦ ਦੇਖੋ ਮਨੀ ਲਾਂਡਰਿੰਗ ਵੀ, ਹਰ ਚੋਰੀ ਦੇ ਵਿੱਚ ਵੀ ਇਹਨਾਂ ਦਾ ਨਾਂ ਹੈ। ਜਿਹੜੀਆਂ ਟੋਪੀਆਂ ਪਾ ਕੇ ਫਿਰਦੇ ਨੇ ਮਸਕੀਨ ਜੇ, ਇਹ ਟੋਪੀਆਂ ਬਾਅਦ 'ਚ ਆਵਾਮ ਨੂੰ ਪਾਉਂਦੇ ਨੇ। ਅੱਗੇ ਚੱਲਨੇ ਜੀ। ਅਗਲੀ ਖਬਰ ਇਹ ਹੈ ਕਿ ਇਹ ਅਦੀਲ ਰਾਜਾ ਸਾਹਿਬ ਕਹਿੰਦੇ ਨੇ ਵੀ ਇੱਕ ਅਮਾਰ ਮਸੂਦ ਸਾਹਿਬ ਨਾਮੀ ਸਹਾਫੀ ਨਮਾ ਇੱਕ ਚੀਜ਼ ਹੈ, ਉਹ ਆਂਦੇ ਨੇ ਵੀ ਜਿਹੜਾ ਰਜ਼ਾ ਡਾਰ ਹੈ, ਡਾਰ ਸਾਹਿਬ ਦਾ ਜਿਹੜਾ ਨਵਾਸਾ ਹੈ, ਨਵਾਸਾ ਆਖਿਆ ਜਾਂਦਾ ਜਿਹਨੂੰ, ਉਹਨੂੰ ਵੀ ਅਗਵਾ ਕਰ ਲਿਆ ਸੀ। ਉਹ ਵੀ ਰੱਸੀਆਂ 'ਚ ਬੰਨਿਆ ਸੀ, ਉਹ ਅਸਲ ਬੰਨਿਆ ਨਹੀਂ ਸੀ, ਉਹਨੇ ਆਪਣੇ ਆਪ ਨੂੰ ਆਪ ਹੀ ਬੰਨਿਆ ਹੋਣਾ। ਅਸਲ ਦੇ ਵਿੱਚ ਉਹੀ ਗੇਮ ਪਾ ਰਿਹਾ ਸੀ। ਤੇ ਮੈਂ ਦੱਸਿਆ ਨਾ ਤੁਹਾਨੂੰ ਵੀ ਪੈਸੇ ਕਿਸੇ ਤਰ੍ਹਾਂ ਵੀ ਕਮਾਉਣੇ ਨੇ,
ਭਾਵੇਂ ਲੋਕਾਂ ਦੀਆਂ ਕੁੜੀਆਂ ਚੁੱਕ ਲਓ, ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਇਹ ਹਿਸਾਬ ਰੱਖਿਆ ਵੀ ਅਸੀਂ ਪੈਸੇ ਕਮਾਉਣੇ ਨੇ, ਜੋ ਮਰਜ਼ੀ ਹੋ ਜਾਏ। ਅੱਗੇ ਜੀ ਸਿਆਲਕੋਟ ਦੇ ਵਿੱਚ ਜਿਹੜੀਆਂ ਬੱਚੀਆਂ ਦੀ ਯੂਨੀਵਰਸਿਟੀ ਹੈ, ਵਿਮਨ ਯੂਨੀਵਰਸਿਟੀ, ਉਹਦੀ 200 ਏਕੜ ਦੀ ਜ਼ਮੀਨ ਦੇ ਵਿੱਚੋਂ 120 ਏਕੜ ਜ਼ਮੀਨ ਪੰਜਾਬ ਹਕੂਮਤ ਦੇ ਨੂਨ ਲੀਗੀ ਸਿਆਸਤਦਾਨਾਂ ਦੀ ਖੁਆਇਸ਼ ਤੇ ਖੋ ਰਹੇ ਨੇ। ਵੈਸੇ ਬੱਚੀਆਂ ਨੂੰ ਪੜ੍ਹਾਉਣ ਦੇ ਤੁਸੀਂ ਚੱਕਰ, ਤੁਹਾਡੇ ਤੇ ਕੋਈ ਰੌਲਾ ਹੀ ਕੋਈ ਨਹੀਂ, ਤੁਸੀਂ ਤਾਂ ਮੁੰਡਿਆਂ ਨੂੰ ਪੜ੍ਹਾ ਕੇ ਨਹੀਂ ਰਾਜ਼ੀ। ਹਾਲਾਂਕਿ ਬੱਚੀਆਂ ਅੱਜ ਕੱਲ੍ਹ ਮੁੰਡਿਆਂ ਨਾਲੋਂ ਬਹੁਤਾ ਬਿਹਤਰ ਪੜ੍ਹਦੀਆਂ ਨੇ, ਬਹੁਤੀ ਮਿਹਨਤ ਕਰਦੀਆਂ ਨੇ, ਉਹ ਕਾਬਲ ਵੀ ਬਹੁਤੀਆਂ ਨੇ। ਉਹ ਬਦਬਖਤੋ, ਜੇ ਕੋਈ ਬਣੀ ਗਈ ਹੈ ਯੂਨੀਵਰਸਿਟੀ ਤੇ ਉਹਨੂੰ ਕਿਉਂ ਬੰਦ ਕਰ ਰਹੇ ਜੇ? ਉਹਦੀ ਹੁਣ 200 ਏਕੜ ਦੇ ਵਿੱਚੋਂ ਆਉਂਦੇ ਨੇ ਵੀ 120 ਏਕੜ ਖੋਹ ਲੈਣੀ ਹੈ ਜ਼ਮੀਨ, ਕੋਈ ਆਪਣੇ ਅੱਲੇ ਤਲੱਲਿਆਂ ਦੇ ਵਿੱਚ ਇਸਤੇਮਾਲ ਕਰਨਗੇ, ਆਪਣੇ ਕੰਮ ਕਰਨਗੇ। ਇਹਦੇ ਤੇ ਮੈਂ ਸਿਆਲਕੋਟ ਦੇ ਸ਼ਹਿਰੀਆਂ ਨੂੰ ਕਹਾਂਗਾ ਵੀ ਜ਼ਰੂਰ ਆਵਾਜ਼ ਬੁਲੰਦ ਕਰੋ, ਮੂੰਹ ਦੇ ਵਿੱਚ ਘੁੰਗੜੀਆਂ ਨਾ ਪਾ ਕੇ ਬੈਠੇ ਰਿਹਾ ਕਰੋ, ਆਪਣੇ ਰਾਈਟਸ ਵਾਸਤੇ ਬੋਲੀ ਦਾ ਪੁਰਅਮਨ ਰਵੋ, ਲੇਕਿਨ ਆਵਾਜ਼ ਚੁੱਕੋ। ਬੱਚੀਆਂ ਦੀ ਯੂਨੀਵਰਸਿਟੀ ਜਿਹੜੀ ਉਹ ਬੜੀ ਜ਼ਰੂਰੀ ਹੈ। ਅੱਛਾ ਜੀ, ਅੱਗੋਂ ਬਿਲਾਵਲ ਜ਼ਰਦਾਰੀ ਸਾਹਿਬ ਨੇ ਗਿਲਗਿਤ ਬਲਤਿਸਤਾਨ ਦੇ ਵਿੱਚ ਤਕਰੀਰ ਕੀਤੀ ਹੈ, ਮਾਸ਼ਾਅੱਲਾ। ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ 'ਚ ਸਿਆਸਤ ਗਾਲੀ ਬਣ ਗਈ ਹੈ। ਸਿਆਸਤ ਤਾਂ ਸਰਕਾਰ ਤੁਸੀਂ ਕਰ ਰਹੇ ਹੋ, ਤੇ ਫਿਰ ਤੁਸੀਂ ਬਣਾਈ ਹੈ। ਅੱਛਾ, ਸਿਆਸਤ ਲੜਾਈ ਝਗੜੇ ਤੇ ਦੁਸ਼ਮਣੀ ਦਾ ਦੂਸਰਾ ਨਾਂ ਬਣ ਚੁੱਕਿਆ ਹੈ। ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਦਾ ਮੈਂ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਸਾਡਾ ਮੈਂਡੇਟ ਤਸਲੀਮ ਕੀਤਾ। ਕਿਹੜਾ ਮੈਂਡੇਟ? ਸੀਟਾਂ ਦੇ ਉੱਤੇ ਤੁਹਾਨੂੰ ਲੱਭੀਆਂ ਕੋਈ ਨਹੀਂ, ਚੌਧਰੀ ਨਿਜ਼ਾਮਦੀਨ ਨੇ ਤੁਹਾਨੂੰ ਦੇ ਦਿੱਤੀ ਵੰਡ ਕੇ, ਤੇ ਇੱਕ ਦੂਜੇ ਦਾ ਤੁਸੀਂ ਮੈਂਡੇਟ ਇਹ ਹੀ ਤਾਂ ਤੁਹਾਡੀ ਜਮਹੂਰੀਅਤ ਹੈ। ਉੱਥੇ ਤੁਸੀਂ ਸਿੰਧ ਦੇ ਵਿੱਚ ਤੇ ਹਰ ਥਾਂ ਤੇ ਸੀਟਾਂ PTI ਦੀਆਂ ਖੋਹ ਲਈਆਂ, ਮਖਸੂਸ ਨਸ਼ਿਸਤਾਂ ਤੁਸੀਂ ਰਲ ਕੇ ਸਾਰਿਆਂ ਨੇ ਖੋਹ ਕੇ ਤੇ ਆਪਣਾ ਤੁਸੀਂ ਕੰਮ ਕਰ ਲਿਆ। ਤੇ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਸ਼ਹਬਾਜ਼ ਸ਼ਰੀਫ ਨੇ ਤੁਹਾਡਾ ਮੈਂਡੇਟ ਤਸਲੀਮ ਕਰ ਲਿਆ। ਮਤਲਬ ਜੋ ਤੁਸੀਂ ਕਰੋ ਉਹ ਜਮਹੂਰੀਅਤ ਹੈ ਔਰ ਜੋ ਦੂਸਰੇ ਕਰਨ ਉਹ ਨਹੀਂ। ਮੈਂ ਹੈਰਾਨ ਹੈ, ਮੈਂ ਤੁਹਾਡੀ ਇਹ ਸਾਰੀ ਸਿਚੁਏਸ਼ਨ ਦੇ ਉੱਤੋਂ ਇਹ ਬੜਾ ਹੀ ਹੈਰਾਨ ਹੈ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਜੋ ਦੂਜੇ ਕਰਦੇ ਨੇ ਨਾ ਉਹ ਭੈੜਾ ਹੈ, ਉਹ ਭਾਵੇਂ ਸਹੀ ਵੀ ਕਰਨ, ਲੇਕਿਨ ਤੁਸੀਂ ਜਿਹੜੀ ਲੁੱਟਮਾਰ ਮਚਾਈ ਹੈ ਤੁਹਾਡੇ ਖਿਆਲ ਦੇ ਨਾਲ ਇਹ ਜਮਹੂਰੀਅਤ ਹੈ। ਪਾਕਿਸਤਾਨ ਦੇ ਵਿੱਚ 2.5 ਕਰੋੜ ਬੱਚੇ ਸਕੂਲਾਂ ਤੋਂ ਬਾਹਰ ਨੇ, ਤੇ ਜਿਹੜੀ ਇੱਕ ਪਾਲਿਸੀ ਮੋਨੀਟਰਿੰਗ ਰਿਪੋਰਟ ਸਾਹਮਣੇ ਆਈ ਉਸ ਤੋਂ ਪਤਾ ਲੱਗਾ ਵੀ ਸਹੂਲਤਾਂ ਨਹੀਂ ਹੈਗੀਆਂ ਸਕੂਲਾਂ ਦੇ ਵਿੱਚ, ਪੈਸਾ ਨਹੀਂ ਹੈਗਾ ਸਕੂਲ ਕੋਲ, ਇਸ ਲਈ 2.5 ਕਰੋੜ ਬੱਚੇ ਬਾਹਰ ਨੇ। ਅਗਰ ਸਹੂਲਤਾਂ ਦਿੱਤੀਆਂ ਜਾਣ ਤੇ ਬੱਚੇ ਅੰਦਰ ਜਾਣ ਸਕੂਲਾਂ ਦੇ, ਇਹਨਾਂ ਹੁਣੇ ਹੀ ਤੇ 35 ਅਰਬ ਉਹਦਾ ਬਜਟ ਘੱਟ ਕੀਤਾ ਹੈ। ਇਹ ਤਾਂ ਉੱਚੋਂ ਪੈਸੇ ਕੱਢ ਰਹੇ ਨੇ, ਤੇ ਪੈਸੇ ਪਾ ਕਿੱਥੇ ਰਹੇ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪੈਸੇ ਪਾ ਰਹੇ ਨੇ ਜਹਾਜ਼ ਖਰੀਦਣ ਤੇ ਦੂਸਰੇ ਕੰਮਾਂ ਦੇ ਉੱਤੇ, ਲੇਕਿਨ ਇਹਨਾਂ ਦਾ ਦਿਲ ਇਹ ਹੈ ਵੀ ਗਰੀਬ ਦਾ ਕਿਸੇ ਦਾ ਵੀ ਬੱਚਾ ਕੋਈ ਪੜ੍ਹ ਨਾ ਜਾਏ, ਕਿਉਂਕਿ ਵਜ੍ਹਾ ਹੈ ਕਿ ਲੋਕੀ ਪੜ੍ਹ ਗਏ, ਸ਼ਊਰ ਆ ਗਿਆ, ਤਾਂ ਉਹ ਤਾਂ ਇਹਨਾਂ ਦੀ ਮੌਤ ਹੈ। ਖੈਰ, ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।